ਪਹਿਲਾਂ 1 ਸਾਲ ਦਾ ਸਮਾਂ ਇਸੇ ਸੜਕਾਂ ਦੇ ਉੱਪਰ ਕਿਸਾਨਾਂ ਨੇ ਬਿਤਾਇਆ। ਉਸ ਤੋਂ ਬਾਅਦ ਧਰਨਾ ਜਿਹੜਾ ਇੱਥੋਂ ਹਟਵਾਇਆ ਗਿਆ, ਲੇਕਿਨ ਉਸ ਤੋਂ ਬਾਅਦ ਦੁਬਾਰਾ ਫਿਰ ਤੋਂ ਕਿਸਾਨ ਇੱਕ ਵਾਰ ਪੈਦਲ ਮਾਰਚ ਦੇ ਲਈ ਦਿੱਲੀ ਵੱਲ ਰਵਾਨਾ ਹੋਣ ਲੱਗੇ ਸੀ। ਸਿਰਫ 51 ਕਿਸਾਨਾਂ ਨੇ ਜਾਣਾ ਸੀ, ਪਰ ਲੇਕਿਨ ਹਰਿਆਣਾ ਬਾਰਡਰ ਦੇ ਉੱਪਰ ਫਿਰ ਤੋਂ ਬੈਰੀਕੇਡ ਲਾ ਕੇ ਉਹਨੂੰ ਰੋਕ ਲਿਆ ਗਿਆ। ਉਸ ਤੋਂ ਬਾਅਦ ਪੂਰੀ ਰਾਤ ਇਸ ਦਿੱਲੀ ਲੁਧਿਆਣਾ ਜਿਹੜਾ ਹਾਈਵੇ ਹੈ, ਨੈਸ਼ਨਲ ਹਾਈਵੇ ਦੇ ਉੱਪਰ ਲੰਘੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇਸ ਸਮੇਂ ਬੈਠੇ ਨੇ। ਹਾਲਾਂਕਿ ਹੁਣ ਇਸ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਤੋਂ ਕਿਸਾਨ ਇੱਥੇ ਇਕੱਠਾ ਹੋਣਗੇ ਤੇ ਉਸ ਤੋਂ ਬਾਅਦ ਇੱਥੇ ਇੱਕ ਮੀਟਿੰਗ ਹੋਏਗੀ, ਅਹਿਮ ਮੀਟਿੰਗ ਹੋਏਗੀ, ਕਿਉਂਕਿ ਅੱਜ ਦਾ ਦਿਨ ਬੇहद ਖਾਸ ਇਸ ਲਈ ਹੈ ਕਿਉਂਕਿ ਕੱਲ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਇੱਥੇ ਇੱਕ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੇ ਵਿੱਚ ਅਗਲਾ ਫੈਸਲਾ ਲਿਆ ਜਾਏਗਾ ਕਿਉਂਕਿ ਕਿਸਾਨ ਇੱਕੇ ਮੰਗ ਕਰ ਰਹੇ ਨੇ ਕਿ ਕੇਂਦਰ ਦੇ ਕੈਬਨਿਟ ਮੰਤਰੀ ਦੇ ਨਾਲ ਜਾਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਵੇ। ਕਿਸਾਨ ਬੀਬੀਆਂ ਵੀ ਇੱਥੇ ਪਹੁੰਚੀਆਂ ਨੇ, ਗੱਲਬਾਤ ਵੀ ਕਰਾਂਗੇ। ਭੈਣ ਜੀ, ਕਿਵੇਂ ਦੇਖਦੇ ਹੋ, ਕੱਲ ਜਾਣ ਨਹੀਂ ਦਿੱਤਾ ਗਿਆ ਅੱਗੇ, ਅੱਜ ਫਿਰ ਤੋਂ ਹਰਿਆਣਾ ਪੰਜਾਬ ਦੇ ਕਿਸਾਨ ਬਾਰਡਰ ਦੇ ਉੱਪਰ ਡਟਣਾ ਸ਼ੁਰੂ ਹੋਏ? ਵੇਖੋ ਵੀਰ ਜੀ, ਆਪਾਂ ਸਰਕਾਰ ਦੀ ਨਲਾਇਕੀ ਕਵਾਂਗੇ, ਪਤਾ ਨਹੀਂ ਉਹਨਾਂ ਦੇ ਦਿਲ ਦੇ ਵਿੱਚ ਇਹੋ ਜਿਹਾ ਕਿਹੜਾ ਚੋਰ ਆ ਕਿ ਉਹ ਕਿਸਾਨਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਉਹਨਾਂ ਦੇ ਕੋਲ ਜਾਂ ਤੇ ਜਵਾਬ ਹੈ ਨਹੀਂ ਆ ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹੋ ਜਿਹਾ ਕੋਈ ਕਾਂਡ ਕਰਨਾ ਚਾਹੁੰਦੇ ਆ ਕਿ ਜਿਹਦੇ ਉਹਨਾਂ ਦੇ ਮਤਲਬ ਵੀ ਦਿਮਾਗ ਦੇ ਵਿੱਚ ਕੁਛ ਇਹੋ ਜਿਹੀ ਸਾਜ਼ਿਸ਼ ਚੱਲਦੀ ਪਈ ਆ ਜਿਹੜੀ ਕਿਸਾਨਾਂ ਦੇ ਉਲਟ ਆ, ਜਿਹੜੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਊਗੀ। ਤਾਂ ਇਹ ਸਭ ਤੋਂ ਵੱਡੀ ਵਜ੍ਹਾ ਵਾ ਵੀ ਉਹ ਚਾਹੁੰਦੇ ਹੀ ਨਹੀਂ ਆ ਵੀ ਕਿਸਾਨ ਦਿੱਲੀ ਆਉਣ। ਹਾਂਜੀ, ਪਰ ਕੱਲ ਕਿਸਾਨ ਕਹਿ ਰਹੇ ਸੀ ਕਿ 7ਵੇਂ ਤਰੀਕੇ ਨਾਲ ਸਿਰਫ 51 ਕਿਸਾਨ ਜਾਣੇ ਕਿ ਕੁਝ ਸਾਥੀ ਕਿਸਾਨ ਜਾਣਗੇ, ਪਰ ਉਹਨਾਂ ਨੂੰ ਵੀ ਜਾਣ ਦੀ ਇਜਾਜ਼ਤ ਜਿਹੜੀ ਨਹੀਂ ਮਿਲੀ। ਹੁਣ 29 ਤਰੀਕ ਤੱਕ ਇੱਥੇ ਮੋਰਚਾ ਕਿਵੇਂ ਚੱਲੇਗਾ? ਹੁਣ ਕੀ ਅਗਲੀ ਮੀਟਿੰਗ ਕਦੋਂ ਕਰਨ ਜਾ ਰਹੇ ਹੋ? ਵੇਖੋ ਜੀ, ਇਹ ਤਾਂ ਸਾਡੇ ਆਗੂ ਦੱਸਣਗੇ ਕਿ ਅਗਲੀ ਰਣਨੀਤੀ ਸਾਡੀ ਕੀ ਹੋਊਗੀ। ਮੀਟਿੰਗ ਤੋਂ ਬਾਅਦ ਚ ਸਾਰਾ ਕੁਝ ਤੈਅ ਹੋਊਗਾ ਵੀ ਅੱਗੇ ਆਪਾਂ ਕੀ ਕਰਦੇ ਆ। ਵੇਖੋ, ਪਹਿਲਾਂ ਕਿਹਾ ਜਾਂਦਾ ਸੀ ਵੀ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਆਏ ਆ, ਟਰਾਲੀਆਂ ਦੇ ਵਿੱਚ ਪਤਾ ਨਹੀਂ ਕੀ ਹਥਿਆਰ ਇਹਨਾਂ ਨੇ ਰੱਖੇ ਆ, ਇਹ ਉਹ 100 ਤਰ੍ਹਾਂ ਦੇ ਪ੍ਰੋਪੋਗੰਡੇ ਕੀਤੇ ਗਏ ਮੀਡੀਆ ਰਾਹੀਂ। ਤੇ ਹੁਣ ਤੇ ਕੁਝ ਵੀ ਨਹੀਂ ਆ ਸਾਡੇ ਕੋਲ। ਹੁਣ ਤੇ ਸਿਰਫ ਅਸੀਂ ਨਿਹੱਥੇ 51 ਕਿਸਾਨ ਪੈਦਲ ਤੁਰ ਕੇ ਜਾਣਾ ਚਾਹੁੰਦੇ ਸੀ ਤੇ ਬਾਕੀ ਜਿਹੜੇ ਗੱਡੀਆਂ ਤੇ ਕਿਸਾਨ ਜਾਣਾ ਚਾਹੁੰਦੇ ਸੀ ਉਹਨਾਂ ਦੀ ਹੈਲਪ ਵਾਸਤੇ ਹੀ। ਕਿਹੜੀ ਜਥੇਬੰਦੀ ਨਾਲ, ਕਿੱਥੋਂ ਆਏ? ਮੈਂ BKU ਏਕਤਾ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਆ। ਹਾਂਜੀ, ਜ਼ਿਲ੍ਹਾ ਤਰਨਤਾਰਨ। ਤੁਸੀਂ ਕਿੱਥੋਂ ਆਏ ਭੈਣ? मैं गाजियाबाद से आई हूँ, मैं महिला पहलवान हूँ राखी जी। कैसे लगता है कि आप जहाँ पर आकर सहयोग कर रहे हो किसानों का, आज मीटिंग भी होने वाली? देखिए, मैं बेटी हूँ किसानों की। किसान अन्न उगाता है, हम सभी ने अन्न खाया है इस देश का, तो हमारा सभी का कर्तव्य बनता है कि आज अगर हमारे बड़े बुजुर्ग, हमारा किसान जो तपती धूप में अन्न उगाता है ताकि आपका पेट भर सके, और आज वो सड़कों पर बैठा है, तो ये हमारे देश का दुर्भाग्य नहीं है, ये बिल्कुल हमारे देश का दुर्भाग्य है। पहले गुलाम हम अंग्रेजों के थे, आज हम सरकारों के हैं, प्रशासन के हैं, और उसका जीता जागता एग्जाम्पल है ये बैरिकेटिंग कि स्वतंत्र भारत में रहते हुए हम सड़कों को, हाईवे को पार करते हुए कि किसान बचाओ पद यात्रा शांतिपूर्वक पद यात्रा थी, जिसको पूरे देश में एक स्कैम की तरह फैला दिया कि किसान ट्रैक्टर लेके पहुंचे हैं, किसान ये लेके पहुंचे, वो कल को बोल देंगे किसान हथियार लेकर भी पहुंचे हुए हैं। धूप में बैठे हुए हैं सारे हमारे बड़े बुजुर्ग, यहाँ देखिए आप, और बिल्कुल पीसफुल प्रोटेस्ट यहाँ पर अभी चल रहा है। शांतिपूर्वक ये पदयात्रा का आयोजन किया गया था जिसको रोक दिया गया। कैसे लग रहा है कि हरियाणा प्रशासन की ओर से पहले कहा गया कि 21 लोग जा सकते हैं, फिर 31 लोग जा सकते हैं, लेकिन किसानों ने कहा कि 41 कर सकते हैं, इससे कम नहीं कर सकते हम। तो मीटिंग हरियाणा के मुख्यमंत्री के साथ वो दे रहे थे कि मीटिंग मिल जाए तो आप बात कर लो, लेकिन किसानों ने कहा केंद्रीय मंत्री के साथ मीटिंग होगी। इसको आप क्या? मुद्दा एक स्टेट का है या मुद्दा पूरे देश का है? मुद्दा पूरे देश का है, और मेरा ऐसा मानना है कि जब देश की बात आती है तो जो देश के शीर्ष पदों पर बैठे हुए हैं मंत्री, ये उनके कार्य क्षेत्र में आता है कि जिन मुद्दों पर हम आवाज़ उठा रहे हैं, या ये पद यात्रा थी या जो भी हमारे साथ व्यवहार किया गया, उच्च अधिकारी इसका संज्ञान ले, उच्च मंत्री इसका संज्ञान ले। अब ये स्टेट की बात नहीं रही है, ये पूरे देश का मुद्दा है। अब हरियाणा के किसान या दूसरे जैसे आप लोग आए हो, जहाँ पर आएंगे बड़ी गिनती, जैसे भी हमारे बड़ों का आदेश होगा, हम बिल्कुल व्यवस्था को कोई भी बिगाड़ेगा नहीं। जो हमारे बड़े आदेश करेंगे, जिस रणभूमि के साथ, रणनीति के साथ हम आगे बढ़ेंगे, वो आप सब लोगों को बताया जाएगा। ऐसा कुछ नहीं है कि बिना बताए हम सब कुछ कर देंगे। कैसे देखते हो आप, कल जितने किसान हरियाणा से जा रहे थे तो उनको भी रोका गया, उनको डिटेन किया गया, हालांकि बाद में मीटिंग के बाद छोड़ दिया। देखो, कल देखा तो पुलिस ये कह रही थी कि जी सड़कों पे अवरोध पैदा हो जाएगा, इस वजह से आपको जो है डिटेन किया गया। ये तो एक लाइन में चलने के लिए तैयार आदमी की कितने 51 की गिनती रखी गई थी। 51 की गिनती में मतलब उसमें कह दिया कि 41 कर लें, 41 भी हो जाए, तो क्या 41 से अवरोध पैदा हो जाएगा सड़कों पर? अवरोध तो इन्होंने पैदा कर रखे हैं कि जो है बैरिकेटिंग वगैरह लगा रखी हैं। और रही कि भाई खतरा जो है ना
ट्रोलियों से गाड़ियों से हैं, तो और कोई तो थी नहीं। एक एक आदमी की तलाशी ले लो, अगर इन्हें हथियार कभी हुआ तो जितने आदमी चल रहे हैं उनकी तलाशी ले लो, हथियार तो है ही नहीं। तो ये तो जबरदस्ती जो है किसानों को परेशान करने के लिए, जबकि पहले ही सूचना दे दी थी डीजीपी को वगैरह को, सभी को, केंद्र सरकार को भी परमिशन के लिए दे दिया था। हर बार दीवारें बन जाना, पंजाब हरियाणा बॉर्डर पर एक माहौल इस तरीके का तैयार कर देना कि किसान आ रहे हैं और कीले लगा देना, उसके बाद कडियाल तारे लगा देना। अब जितनी मैं देख रहा हूँ, कल हम पूरे दिन जो है घूम कर आए हैं, तो इतनी बैरिकेडिंग तो आतंकवादियों के लिए होती है, कि किसानों के लिए थोड़ी है। अरे गिनती भी जो सीमित कर रखी थी इसमें, तो क्या ये भी नहीं है कि भाई अपार भीड़ जो जा रही है उसको कुछ अवरोध पैदा हो रहा, कुछ परेशानी पैदा हो रही है। तो इतनी क्या 51 आदमियों के लिए इतनी मतलब वो खाली कंटेनर जो है पूरी लाइन में लगा रखे हैं, सेकंड पार्ट जो है फिर तार लगा रखे हैं, बैरिकेड ऐसे के, तो मतलब कितने अवरोध। ये तो टैंक के हटाने में बहुत टाइम लगेगा इसको, तो जितने बैरिकेड किया। तो किसानों के साथ तो ये बहुत बड़ा अत्याचार है कि आप मतलब उनको आवाज ही उठाने का नहीं है। अगर हम जो कहते हैं कि जी, ये कहते हैं कि दिल्ली के अंदर आपको जो है ट्रैक्टर लेके जाओगे तो पता ना उसमें क्या हो, कोई अशांति ना फैल जाए, राजधानी है। अरे खाली आदमी आप कहो तो एक बैग जो अपने पास रखे उसे भी नहीं लेंगे, खाली जाने दो, परमिशन दो। ਬਿਲਕੁਲ ਜੀ, ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਨੇ, ਇਸ ਸਮੇਂ ਕਿਸਾਨ ਨੇ ਜਿਹੜੇ ਡਟਣਾ ਸ਼ੁਰੂ ਹੋਏ ਨੇ। ਹਰਿਆਣਾ ਤੋਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਥੇ ਪਹੁੰਚਣਾ ਸ਼ੁਰੂ ਹੋਈਆਂ ਨੇ। ਸਾਡੇ ਨਾਲ ਕਿਸਾਨ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕਿਵੇਂ ਦੇਖਦੇ ਹੋ, ਕੱਲ ਤੁਸੀਂ ਮੀਟਿੰਗ ਕਰਕੇ ਵੀ ਆਏ ਦੁਬਾਰਾ, ਹੁਣ ਅੱਜ ਦੀ ਰਣਨੀਤੀ ਕੀ ਆ ਅਗਲੀ? ਦੇਖੋ, ਇਹ ਤਾਂ ਆਪਾਂ ਹੁਣ ਆਗੂ ਸਾਡੇ ਜਿਹੜੇ ਟ੍ਰੇਨ ਕੀਤੇ ਹੋਏ ਸੀ ਹਰਿਆਣੇ ਦੇ ਵੀ, ਉਹ ਸਾਰੇ ਇੱਥੇ ਪਹੁੰਚਣਗੇ ਮੀਟਿੰਗ ਤੋਂ ਬਾਅਦ। ਤੇ ਬਾਕੀ ਉਹ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਕਿ ਇਹ ਤਾਂ ਇੱਕ ਇਹਨਾਂ ਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਰਕਾਰ ਇਹ ਪ੍ਰੀ ਡਿਸਾਈਡਡ ਬੈਠੀ ਹੁੰਦੀ ਹੈ ਕਿ ਆਪਾਂ ਨਾ ਤਾਂ ਕਿਸਾਨਾਂ ਦੀ ਕੋਈ ਬੀਜੇਪੀ ਗਵਰਨਮੈਂਟ, ਅਸੀਂ ਨਾ ਤਾਂ ਕਿਸਾਨਾਂ ਨੂੰ ਹਰਿਆਣੇ 'ਚ ਐਂਟਰ ਹੋਣ ਦੇਣਾ। ਸੋ ਅਸੀਂ ਹਰ ਢੰਗ ਦੇ ਨਾਲ ਕਿਸਾਨਾਂ ਦੇ ਜਿਹੜੇ ਮਸਲੇ ਆ, ਮੰਨੀਆਂ ਹੋਈਆਂ ਮੰਗਾਂ ਨੇ, ਉਹਨੂੰ ਲਾਗੂ ਕਰਵਾਉਣ ਵਾਸਤੇ ਸ਼ਾਂਤਮਈ ਢੰਗ ਦੇ ਨਾਲ ਸੰਘਰਸ਼ ਜਾਰੀ ਰੱਖਾਂਗੇ। ਰਾਜੀ, ਜਦੋਂ ਤੁਸੀਂ ਕੱਲ ਮੀਟਿੰਗ ਦੇ ਵਿੱਚ ਬੈਠੇ ਸੀ ਜੀਨ ਦੇ ਠੀਕ ਹੈ ਵਿੱਕੀ, ਤੁਸੀਂ ਗੱਲਬਾਤ ਜਾਰੀ ਰੱਖੋ। ਤਾਂ ਕੁੱਲ ਮਿਲਾ ਕੇ ਅਸੀਂ ਇਹ ਦੱਸਾਂਗੇ ਕਿ ਕਿਸਾਨ ਡਟੇ ਹੋਏ ਨੇ ਬਾਰਡਰ ਦੇ ਉੱਤੇ, ਤੇ ਕਿਸਾਨ ਕਹਿ ਰਹੇ ਨੇ ਕਿ ਜਦੋਂ ਤੱਕ ਕੇਂਦਰੀ ਮੰਤਰੀ ਜਾਂ ਅਧਿਕਾਰੀ ਦੇ ਨਾਲ ਮੀਟਿੰਗ ਨਹੀਂ ਹੁੰਦੀ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਸਮਾਂ ਚੜ੍ਹਦੇ ਦਿਨ ਚੜ੍ਹਦੇ ਕੀ ਕੁਝ ਅਪਡੇਟ ਆਏਗਾ, ਇਹ ਵੇਖਣਾ ਹੋਏਗਾ।